ਪ੍ਰਭੂ ਯਿਸੂ ਮਸੀਹ ਜੀ ਦੇ ਮਹਾਨ ਅਤੇ ਪ੍ਰੇਮੀ ਨਾਮ ਵਿੱਚ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਰੇ ਮਸੀਹ ਯਿਸੂ ਜੀ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਖੁਸ਼ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਈਏ। ਇਹ ਅਧਿਐਨ ਸਵਰਗ ਦੇ ਰਾਜ ਦੇ ਅੰਦਰ ਦਾਖਲ ਹੋਣ ਨਾਲ ਸੰਬੰਧਿਤ ਹੈ। ਇਸ ਅਧਿਐਨ ਦੇ ਅੰਦਰ ਅਸੀਂ ਸਵਰਗ ਦੇ ਰਾਜ ਨੂੰ ਅਸਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੀ ਹੈ ਅਤੇ ਇਸ ਦੇ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕੀਤਾ ਜਾ ਸਕਦਾ। ਅਸੀਂ ਸਿੱਖਾਂਗੇ ਕਿ ਸਵਰਗ ਦੇ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਪਰਮੇਸ਼ਰ ਸਾਡੇ ਤੋਂ ਕੀ ਮੰਗ ਕਰਦਾ। ਇਸ ਵਿਸ਼ੇ ਦੀ ਰੂਪਰੇਖਾ ਇਸ ਪ੍ਰਕਾਰ ਹੋਏਗੀ। ਪਹਿਲਾ, ਸਵਰਗ ਦੇ ਰਾਜ ਵਿੱਚ ਦਾਖਲ ਹੋਣ ਦੇ ਲਈ ਧਾਰਮਿਕ ਨਿਚਾ ਤੋਂ ਵੀ ਜ਼ਿਆਦਾ ਜਾਣਨ ਦੀ ਲੋੜ ਹੈ। ਦੂਜਾ, ਸਵਰਗ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਪੈਦਾਵਾਰ ਤੋਂ ਵੀ ਜ਼ਿਆਦਾ ਪੈਦਾ ਕਰਨ ਦੀ ਲੋੜ ਹੈ। ਇਸ ਦੇ ਵਿੱਚ ਅਸੀਂ ਵੇਖਾਂਗੇ ਇੱਕ ਵਿਅਕਤੀ ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਰ ਸਕਦਾ ਹੈ ਪਰ ਫਿਰ ਵੀ ਉਹ ਗੁਆਚਿਆ ਹੋਇਆ ਹੋ ਸਕਦਾ ਹੈ। ਇੱਕ ਵਿਅਕਤੀ ਭੂਤ ਪ੍ਰੇਤ ਤਾਂ ਕੱਢ ਸਕਦਾ ਹੈ ਪਰ ਆਪ ਗੁਆਚਿਆ ਹੋਇਆ ਹੋ ਸਕਦਾ ਹੈ। ਇੱਕ ਵਿਅਕਤੀ ਪਰਮੇਸ਼ਰ ਦੀ ਮਹਾਨ ਸ਼ਕਤੀ ਦਾ ਸਬੂਤ ਤਾਂ ਪੇਸ਼ ਕਰ ਸਕਦਾ ਹੈ ਪਰ ਫਿਰ ਵੀ ਗੁਆਚਿਆ ਹੋਇਆ ਹੋ ਸਕਦਾ ਹੈ। ਸੋ ਦੋਸਤੋ, ਆਓ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ। ਪਰ ਇਸ ਤੋਂ ਪਹਿਲਾਂ ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਸੁਣਨ ਦੇ ਲਈ ਤਿਆਰ ਕਰਦੇ ਹਾਂ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਧਨ ਜੀ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਪਾਪਾਂ ਦਾ ਕਰਦਾ ਹਿਸਾਬ, ਨਾ ਰੱਬ ਜੀ ਦੇ ਪਾਪਾਂ ਦਾ ਕਰਦਾ ਹਿਸਾਬ। ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ, ਉਹ ਤਨ ਹੈ ਕਿ ਦਿਲ ਉਹਦਾ ਨਹੀਂ ਖਰਾਬ। ਉਹ ਤਨ ਜੀ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। मैं जद चुप रहा तद मेरी हड्डियाँ, मैं जद चुप रहा तद मेरी हड्डियाँ कराहते होए
ਸਾਰਾ ਦਿਨ ਭੁੱਲ ਗਿਆ। ਕਰਾਹਦੇ ਹੋਏ ਸਾਰਾ ਦਿਨ ਭੁੱਲ ਗਿਆ। ਉਹ ਤਨ ਜੀ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਤੇਰੇ ਕੋਲ ਕੀਤਾ ਗੁਨਾਹ ਦਾ ਇਕਰਾਰ। ਤੇਰੇ ਕੋਲ ਕੀਤਾ ਗੁਨਾਹ ਦਾ ਇਕਰਾਰ। ਇਹ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ। ਇਹ ਮੰਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ। ਉਹ ਤਨ ਜੀ ਦੇ ਬਖਸ਼ੇ ਗਏ ਸਭ ਗੁਨਾਹ ਤੇ ਢਕੇ ਗਏ ਸਾਰੇ ਔਗੁਣ ਸਦਾ। ਤੁਸੀਂ ਉਪਦੇਸ਼ ਦੇ ਸਕਦੇ ਹੋ ਅਤੇ ਤੁਹਾਡੇ ਵਿੱਚੋਂ ਕੁਝ ਮਹਾਨ ਵਕਤਾ ਵੀ ਹੋਣਗੇ। ਮੈਂ ਕਿਸੇ ਦਾ ਨਾਮ ਦੱਸਣਾ ਨਹੀਂ ਚਾਹੁੰਦਾ, ਪਰ ਮੈਨੂੰ ਕੁਝ ਪਤਾ ਹੈ। ਕੁਝ ਮਹਾਨ ਵਕਤਾ ਹੋਣਗੇ ਜੋ ਆਖਣਗੇ ਕਿ ਤੁਹਾਨੂੰ ਯਾਦ ਨਹੀਂ ਕਿ ਮੈਂ ਮਹਾਨ ਉਪਦੇਸ਼ਕ ਨੂੰ ਸਿਖਾਇਆ ਸੀ। ਤੁਹਾਨੂੰ ਯਾਦ ਨਹੀਂ ਕਿ ਇੱਕ ਵੱਡੀ ਭੀੜ ਜੋ ਆਈ ਸੀ ਉਸ ਨੇ ਸੁਣਿਆ ਸੀ ਅਤੇ ਪ੍ਰਭੂ ਉਹਨਾਂ ਦੀ ਨਹੀਂ ਸੁਣੇਗਾ। ਇਸ ਦੇ ਨਾਲ ਮਿਲਦਾ ਜੁਲਦਾ ਇੱਕ ਬੜਾ ਹੀ ਰੋਚਕ ਲੇਖ ਲੂਕਾ ਦੀ ਕਿਤਾਬ ਵਿੱਚ ਮਿਲਦਾ ਹੈ। ਜਦ ਇੱਕ ਵਾਰ ਘਰ ਦੇ ਮਾਲਕ ਨੇ ਉੱਠ ਕੇ ਦਰਵਾਜ਼ਾ ਬੰਦ ਕਰ ਲਿਆ ਅਤੇ ਤੁਸੀਂ ਬਾਹਰ ਖਲੋ ਕੇ ਦਰਵਾਜ਼ੇ ਨੂੰ ਖੜਕਾਉਂਦੇ ਹੋਏ ਕਹਿ ਰਹੇ ਹੋ, ਪ੍ਰਭੂ ਪ੍ਰਭੂ ਸਾਡੇ ਲਈ ਖੋਲ੍ਹ ਦੇ, ਅਤੇ ਉਹ ਉੱਤਰ ਦੇਵੇਗਾ ਅਤੇ ਤੁਹਾਨੂੰ ਆਖੇਗਾ, ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਕਿੱਥੇ ਦੇ ਹੋ, ਤਾਂ ਤੁਸੀਂ ਇਹ ਆਖਣਾ ਸ਼ੁਰੂ ਕਰੋਗੇ, ਅਸੀਂ ਤੇਰਾ ਨਾਮ ਲੈ ਕੇ ਖਾਧਾ ਤੇ ਪੀਤਾ ਅਤੇ ਤੂੰ ਸਾਡੀਆਂ ਗਲੀਆਂ ਵਿੱਚ ਤੂੰ ਸਾਨੂੰ ਸਿਖਾਇਆ। ਪਰ ਉਹ ਆਖੇਗਾ, ਮੈਂ ਤੁਹਾਨੂੰ ਆਖ ਦਿੰਦਾ ਹਾਂ, ਮੈਂ ਤੁਹਾਨੂੰ ਨਹੀਂ ਜਾਣਦਾ, ਤੁਸੀਂ ਕਿੱਥੇ ਦੇ ਹੋ, ਮੇਰੇ ਤੋਂ ਦੂਰ ਚਲੇ ਜਾਓ, ਤੁਸੀਂ ਸਭ ਦੁਰਾਚਾਰੀ ਹੋ। ਤੁਸੀਂ ਸੁਣਿਆ ਉਸ ਦਾ ਉੱਤਰ ਕੀ ਸੀ? ਪ੍ਰਭੂ, ਅਸੀਂ ਤੇਰੇ ਨਾਮ ਨਾਲ ਸੰਗਤੀ ਕੀਤੀ ਸੀ, ਅਸੀਂ ਤੇਰੇ ਨਾਮ ਨਾਲ ਖਾਧਾ ਅਤੇ ਪੀਤਾ ਸੀ, ਅਸੀਂ ਤਾਂ ਆਪਣੇ ਪੜੋਸ ਵਿੱਚ ਇੱਕ ਵੱਡੀ ਭੀੜ ਵਿੱਚ ਪ੍ਰਚਾਰ ਕੀਤਾ ਸੀ ਅਤੇ ਤੈਨੂੰ ਬੁਲਾਇਆ ਸੀ ਕਿ ਤੂੰ ਸਾਡਾ ਉਪਦੇਸ਼ਕ ਬਣ। ਅਤੇ ਪ੍ਰਭੂ ਕਹਿਣ ਜਾ ਰਿਹਾ ਹੈ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਪਰਮੇਸ਼ਰ ਦੀ ਵਚਨ ਦੀ ਵਿਆਖਿਆ ਤਾਂ ਕਰ ਸਕਦੇ ਹੋ, ਪਰ ਫਿਰ ਵੀ ਸਵਰਗ ਨਹੀਂ ਜਾ ਸਕਦੇ। ਮੈਂ ਇਸ ਗੱਲ ਨੂੰ ਉੱਪਰ ਨਹੀਂ ਕਰ ਰਿਹਾ। ਤੁਹਾਡੇ ਕੋਲ ਆਪਣੀ ਬਾਈਬਲ ਹੈ, ਤੁਸੀਂ ਵੇਖ ਸਕਦੇ ਹੋ ਕਿ ਯਿਸੂ ਕੀ ਕਹਿ ਰਿਹਾ ਹੈ। ਉਸ ਨੇ ਇਹ ਸਭ ਆਖਿਆ ਕਿਉਂਕਿ ਇਹ ਮਹੱਤਵਪੂਰਨ ਹੈ ਅਤੇ ਮੈਂ ਇਸ ਨੂੰ ਦੁਹਰਾਉਣਾ ਚਾਹੁੰਦਾ ਹਾਂ ਕਿਉਂਕਿ ਇਹ ਮਹੱਤਵਪੂਰਨ ਹੈ। ਇਸ ਲਈ ਉਪਦੇਸ਼ਕੋ, ਤੁਸੀਂ ਜੋ ਵੀ ਹੋ ਇੱਥੇ ਹੋ ਸਕਦੇ ਹੋ। ਸੰਡੇ ਸਕੂਲ ਦੇ ਸਿੱਖਸ਼ਕ ਹੋ, ਤੁਸੀਂ ਕੋਈ ਵੀ ਹੋ ਸਕਦੇ ਹੋ, ਤੁਸੀਂ ਚਰਚ ਵਿੱਚ ਵੱਧ ਸਕਦੇ ਹੋ, ਤੁਸੀਂ ਸਾਰੀਆਂ ਭਾਸ਼ਾ ਦੇ ਜਾਣਕਾਰੀ ਹੋ ਸਕਦੇ ਹੋ, ਪਰ ਜੇ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਕਿ ਤੁਸੀਂ ਮਸੀਹ ਨੂੰ ਆਪਣੇ ਦਿਲ ਵਿੱਚ ਸਵੀਕਾਰ ਕਰੋ ਅਤੇ ਉਸ ਨੂੰ ਆਪਣੇ ਪਾਪਾਂ ਦੀ ਮਾਫੀ ਲਈ ਆਖੋ, ਤੁਸੀਂ ਉਪਦੇਸ਼ ਤਾਂ ਦੇ ਸਕਦੇ ਹੋ ਪਰ ਸਵਰਗ ਰਾਜ ਵਿੱਚ ਨਹੀਂ ਜਾ ਸਕਦੇ। ਉਪਦੇਸ਼ ਦੇਣਾ ਤੁਹਾਨੂੰ ਸਵਰਗ ਨਹੀਂ ਲਿਜਾ ਸਕਦਾ। ਜੇ ਡੇਵਿਡ ਜ਼ਰਮੀਆ ਦੇ ਜੀਵਨ ਵਿੱਚ ਇੰਨੇ ਸਮਾਂ ਨਾ ਹੁੰਦਾ, ਜਦ ਉਸ ਦੇ ਪਿਤਾ ਜੀ ਨੇ ਦੁਬਾਰਾ ਇਸ ਗੱਲ ਨੂੰ ਸਮਝਾਇਆ ਸੀ ਕਿ ਮੇਰਾ ਯਿਸੂ ਮਸੀਹ ਤੇ ਪੂਰਾ ਵਿਸ਼ਵਾਸ ਕਰਨ ਦਾ ਕੀ ਅਰਥ ਹੈ, ਅਤੇ ਮੈਂ ਪ੍ਰਾਰਥਨਾ ਕੀਤੀ ਸੀ ਅਤੇ ਯਿਸੂ ਮਸੀਹ ਨੂੰ ਮੈਂ ਆਖਿਆ ਸੀ ਕਿ ਤੂੰ ਮੇਰੇ ਦਿਲ ਵਿੱਚ ਆ ਅਤੇ ਮੇਰੇ ਪਾਪਾਂ ਨੂੰ क्षमा ਕਰ। ਅੱਜ ਮੈਂ ਅਮਰੀਕਾ ਦੀ ਸਭ ਤੋਂ ਵੱਡੀ ਚਰਚ ਵਿੱਚ ਉਪਦੇਸ਼ ਦੇ ਰਿਹਾ ਹਾਂ। ਸਵਰਗ ਵਿੱਚ ਮੇਰੀ ਜਗ੍ਹਾ ਇਸ ਲਈ ਨਹੀਂ ਹੈ ਕਿ ਮੈਂ ਇਹ ਕਰ ਰਿਹਾ ਹਾਂ, ਜਾਂ ਮੇਰਾ ਪੇਸ਼ਾ ਇਹ ਹੈ, ਜਾਂ ਮੇਰੀ ਹੈਸੀਅਤ ਇਹ ਹੈ, ਜਾਂ ਮੈਂ ਬਹੁਤ ਹੀ ਵੱਡਾ ਕੰਮ ਕੀਤਾ ਹੈ। ਸਵਰਗ ਵਿੱਚ ਮੇਰੀ ਜਗ੍ਹਾ ਲਈ ਇਹਨਾਂ ਚੀਜ਼ਾਂ ਦਾ ਕੁਝ ਲੈਣ ਦੇਣ ਨਹੀਂ ਹੈ। ਅਸਲ ਚੀਜ਼ ਤਾਂ ਇਹ ਹੈ ਕਿ ਛੁਟਕਾਰਾ ਲੈਣ ਲਈ ਮੈਂ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰ ਰਿਹਾ ਹਾਂ। ਭਾਗ ਐੜਾ। ਇੱਕ ਵਿਅਕਤੀ ਭੂਤ ਪ੍ਰੇਤ ਤਾਂ ਕੱਢ ਸਕਦਾ ਹੈ, ਪਰ ਆਪ ਗੁਆਚਿਆ ਹੋਇਆ ਹੋ ਸਕਦਾ ਹੈ। ਧਿਆਨ ਦੇਵੋ, ਉਹ ਇੱਕ ਹੋਰ ਵਿਆਖਿਆ ਦਿੰਦਾ ਹੈ, ਤੁਸੀਂ ਭੂਤਾਂ ਨੂੰ ਕੱਢ ਸਕਦੇ ਹੋ, ਫਿਰ ਵੀ ਗੁਆਚੇ ਹੋ ਸਕਦੇ ਹੋ। ਉਹ ਆਖਦਾ ਹੈ,
ਤੁਹਾਡੇ ਵਿੱਚੋਂ ਕੁਝ ਲੋਕ ਭੂਤਾਂ ਨੂੰ ਕੱਢਣਗੇ ਅਤੇ ਤੁਸੀਂ ਆਖੋਗੇ, ਪ੍ਰਭੂ ਕੀ ਅਸਾਂ ਤੇਰੇ ਨਾਮ ਵਿੱਚ ਭੂਤਾਂ ਨੂੰ ਨਹੀਂ ਕੱਢਿਆ ਸੀ? ਤੁਸੀਂ ਆਖਦੇ ਹੋ, ਜਰਾ ਰੁਕੋ ਪਾਸਟਰ, ਜੇ ਉਹਨਾਂ ਕੋਲ ਯਿਸੂ ਨਹੀਂ ਸੀ, ਜੇ ਉਹ ਮਸੀਹੀ ਨਹੀਂ ਸਨ, ਤਾਂ ਉਹ ਕਿਸ ਤਰ੍ਹਾਂ ਭੂਤਾਂ ਨੂੰ ਕੱਢ ਸਕੇ? ਕੁਝ ਸਾਲ ਪਹਿਲਾਂ ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਵੇਖਿਆ, ਭੂਤ ਕੱਢਣ ਵਾਲੇ ਅੱਜ ਕੱਲ੍ਹ ਤਾਂ ਹੋਰ ਵੀ ਜ਼ਿਆਦਾ ਹਨ। ਹਰੇਕ ਵਿਅਕਤੀ ਭੂਤਾਂ ਨੂੰ ਕੱਢ ਰਿਹਾ ਹੈ। ਮੇਰੇ ਕਹਿਣ ਦਾ ਮਤਲਬ ਹੈ, ਨਵੇਂ ਨੇਮ ਦੀ ਰਸੂਲਾਂ ਦੇ ਕਰਤੱਵ ਦੀ ਕਿਤਾਬ ਦਾ 19ਵਾਂ ਅਧਿਆਇ ਇਸ ਤਰ੍ਹਾਂ ਉਸ ਵਿੱਚ ਵਿਆਖਿਆ ਕੀਤੀ ਹੈ, ਜਿਸ ਵਿੱਚ ਮੈਂ ਪੜ੍ਹਨਾ ਚਾਹੁੰਦਾ ਹਾਂ। ਇਹ ਦੱਸਦੀ ਹੈ, ਕੁਝ ਫਿਰਤੂ ਯਹੂਦੀ ਇੱਧਰ ਉੱਧਰ ਫਿਰਦਿਆਂ ਹੋਇਆਂ ਝਾੜ ਫੂਕ ਕਰਦੇ ਹੁੰਦੇ ਸਨ। ਇਹ ਦਲੇਰੀ ਕੀਤੀ ਕਿ ਜਿਨ੍ਹਾਂ ਨੂੰ ਦੁਸ਼ਟ ਆਤਮਾ ਚੁੰਮੜੇ ਹੋਏ ਸਨ, ਉਹਨਾਂ ਉੱਤੇ ਪ੍ਰਭੂ ਯਿਸੂ ਦਾ ਨਾਮ ਲੈ ਕੇ ਕਹਿਣ ਲੱਗੇ, ਭਾਈ ਮੈਂ ਤੁਹਾਨੂੰ ਯਿਸੂ ਦੇ ਨਾਮ ਦੀ ਸਹੁੰ ਦਿੰਦਾ ਹਾਂ, ਜਿਹਦੀ ਪਲੂਸ ਮੁਨਾਦੀ ਕਰਦਾ ਹੈ। ਇਹ ਇੱਕ ਖਾਸ ਘਟਨਾ ਹੈ ਅਤੇ ਸੇਵਕਾ ਨਾਮੇ ਇੱਕ ਯਹੂਦੀ ਪ੍ਰਧਾਨ ਜਾਜਕ ਦੇ 7 ਪੁੱਤਰ ਸਨ, ਜਿਹੜੇ ਇਹੋ ਹੀ ਕਰਦੇ ਸਨ। ਪਰ ਦੁਸ਼ਟ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ, ਭਾਈ ਯਿਸੂ ਨੂੰ ਮੈਂ ਸਿਆਣਦਾ ਹਾਂ ਅਤੇ ਪਲੂਸ ਨੂੰ ਮੈਂ ਜਾਣਦਾ ਹਾਂ, ਪਰ ਤੁਸੀਂ ਕੌਣ ਹੋ? ਅਤੇ ਉਹ ਮਨੁੱਖ ਜਿਨ੍ਹਾਂ ਨੂੰ ਦੁਸ਼ਟ ਆਤਮਾ ਚੁੰਮੜਿਆ ਹੋਇਆ ਸੀ, ਟੁੱਟ ਕੇ ਉਹਨਾਂ ਉੱਤੇ ਆਣ ਪਿਆ ਅਤੇ ਦੋਹਾਂ ਨੂੰ ਬੱਸ ਵਿੱਚ ਲੈ ਕੇ ਉਹਨਾਂ ਤੇ ਇੰਜ ਸਖਤੀ ਕੀਤੀ, ਜੋ ਉਹ ਨੰਗੇ ਅਤੇ ਕਾਇਲ ਹੋ ਕੇ ਉਸ ਘਰ ਵਿੱਚੋਂ ਭੱਜ ਨਿਕਲੇ। ਤੁਸੀਂ ਵੇਖ ਲਿਆ ਹੈ, ਉਸ ਵਕਤ ਵੀ ਇਹੋ ਜਿਹੇ ਲੋਕ ਸਨ। ਉਹਨਾਂ ਨੇ ਵੀ ਉਸ ਸ਼ਕਤੀ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਹ ਚੇਲਿਆਂ ਵਿੱਚ ਵੇਖਦੇ ਸਨ, ਅਤੇ ਉਹਨਾਂ ਨੇ ਯਿਸੂ ਦਾ ਨਾਮ ਲੈ ਕੇ ਦੁਸ਼ਟ ਆਤਮਾ ਨੂੰ ਕੱਢਣ ਦਾ ਯਤਨ ਕੀਤਾ। ਅੱਜ ਵੀ ਪੂਰੇ ਸੰਸਾਰ ਵਿੱਚ ਇਹੋ ਜਿਹੇ ਲੋਕ ਹਨ, ਅਤੇ ਯਿਸੂ ਆਖਦਾ ਹੈ, ਮੈਂ ਬਸ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ। ਇਸ ਬਾਰੇ ਉਸ ਨੂੰ ਬਹੁਤ ਹੀ ਮਜ਼ਬੂਤ ਵਿਆਖਿਆ ਦਿੱਤੀ। ਉਸ ਨੇ ਆਖਿਆ, ਤੁਸੀਂ ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਰ ਸਕਦੇ ਹੋ ਅਤੇ ਆਪ ਗਵਾਚੇ ਹੋਏ ਹੋ। ਤੁਸੀਂ ਭੂਤ ਪ੍ਰੇਤ ਕਰ ਸਕਦੇ ਹੋ, ਪਰ ਆਪ ਗਵਾਚੇ ਹੋ। ਭਾਗ ਈੜੀ, ਇੱਕ ਵਿਅਕਤੀ ਇੱਕ ਮਹਾਨ ਸ਼ਕਤੀ ਦਾ ਸਬੂਤ ਦੇ ਸਕਦਾ ਹੈ, ਪਰ ਫਿਰ ਵੀ ਗਵਾਚਿਆ ਹੋਇਆ ਹੋ ਸਕਦਾ ਹੈ। ਅਤੇ ਹੁਣ ਇੱਕ ਆਖਰੀ ਗੱਲ ਨੂੰ ਇੱਥੇ ਜੋੜਦਾ ਹਾਂ, ਤੁਸੀਂ ਮਹਾਨ ਸ਼ਕਤੀ ਦੇ ਸਬੂਤ ਦੇ ਸਕਦੇ ਹੋ। ਧਿਆਨ ਦੇਵੋ ਕਿ ਉਹ ਕੀ ਆਖਦਾ ਹੈ। ਅਤੇ ਬਥੇਰੇ ਆਖਣਗੇ ਕਿ ਅਸਾਂ ਤੇਰੇ ਨਾਮ ਵਿੱਚ ਕਰਾਮਾਤਾਂ ਨਹੀਂ ਕੀਤੀਆਂ। ਤੁਸੀਂ ਜਾਣਦੇ ਹੋ, ਪਾਸਟਰ ਹੋਣ ਦੇ ਨਾਤੇ ਅਕਸਰ ਲੋਕ ਮੇਰੇ ਕੋਲ ਆ ਕੇ ਪੁੱਛਦੇ ਹਨ, ਤੁਸੀਂ ਇਸ ਆਦਮੀ ਦੇ ਬਾਰੇ ਕੀ ਸੋਚਦੇ ਹੋ? ਅਤੇ ਉਹ ਕਿਸੇ ਪ੍ਰਚਾਰਕ ਜਾਂ ਕਿਸੇ ਹੋਰ ਦਾ ਜਿਸ ਨੂੰ ਉਹਨਾਂ ਨੇ ਟੀਵੀ ਵਿੱਚ ਵੇਖਿਆ ਹੁੰਦਾ ਹੈ, ਜਾਂ ਕਿਸੇ ਹੋਰ ਦਾ ਜਿਸ ਦੇ ਬਾਰੇ ਉਹਨਾਂ ਨੇ ਸੁਣਿਆ ਹੁੰਦਾ ਹੈ, ਜਾਂ ਕੋਈ ਕਿਤਾਬ ਜਿਹੜੀ ਉਹਨਾਂ ਨੇ ਪੜ੍ਹੀ ਹੁੰਦੀ ਹੈ। ਅਤੇ ਮੈਂ ਉਹਨਾਂ ਵੱਲ ਵੇਖਦਾ ਹੀ ਰਹਿ ਜਾਂਦਾ ਹਾਂ ਕਿ ਉਹਨਾਂ ਨੂੰ ਕੀ ਉੱਤਰ ਦੇਵਾਂ, ਜੋ ਉਹ ਮੇਰੇ ਕੋਲੋਂ ਸੁਣਨਾ ਚਾਹੁੰਦੇ ਹਨ। ਅਤੇ ਤਦ ਉਹ ਮੇਰੇ ਕੋਲੋਂ ਪੁੱਛਦੇ ਹਨ, ਪਾਸਟਰ ਕੀ ਕਦੀ ਤੁਸੀਂ ਵੇਖਿਆ ਹੈ ਕਿ ਕਿਸ ਤਰ੍ਹਾਂ ਉਹ ਇੱਕ ਵੱਡੀ ਭੀੜ ਵਿੱਚ ਆਤਮਾ ਵਿੱਚ ਹੋ ਕੇ ਕਿੰਨੇ ਵੱਡੇ ਚਮਤਕਾਰ ਕਰਦੇ ਹਨ? ਅਤੇ ਮੈਂ ਬਸ ਉਹਨਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ, ਯਿਸੂ ਮਸੀਹ ਦੇ ਵਿੱਚ ਅਸੀਂ ਕਿਸੇ ਵਿਅਕਤੀ ਦੀ ਜਾਂਚ ਨਹੀਂ ਕਰ ਸਕਦੇ। ਉਹਨਾਂ ਦੇ ਕੰਮਾਂ ਨੂੰ ਵੇਖ ਕੇ ਅਸੀਂ ਉਹਨਾਂ ਦੇ ਬਾਰੇ ਕੋਈ ਫੈਸਲਾ ਨਹੀਂ ਕਰ ਸਕਦੇ, ਕਿਉਂਕਿ 2 ਸ਼ਕਤੀਆਂ ਹਨ ਜੋ ਆਤਮਿਕ ਚਮਤਕਾਰ ਕਰਦੀਆਂ ਹਨ, ਅਤੇ ਉਹਨਾਂ ਵਿੱਚੋਂ ਇੱਕ ਯਿਸੂ ਮਸੀਹ ਨਹੀਂ ਹੈ, ਅਤੇ ਅਸੰਭਵ ਹੈ ਕਿ ਉਹ ਆਤਮਿਕ ਸ਼ਕਤੀ ਦੇ ਛਲ ਕਰ ਰਹੇ ਹਨ। ਤੁਹਾਨੂੰ ਤਾਂ ਸਿਰਫ ਇਹ ਚਾਹੀਦਾ ਹੈ ਕਿ ਤੁਸੀਂ ਉਸ ਦੀ ਸੇਵਕਾਈ ਦੇ ਬਾਰੇ ਜਾਂਚ ਕਰੋ। ਜੇ ਮੈਂ ਪਰਮੇਸ਼ਰ ਦੇ ਵਚਨ ਨੂੰ ਜਾਣਦਾ ਹਾਂ, ਤਾਂ ਜਾਂਚ ਕਰ ਸਕਦਾ ਹਾਂ ਕਿ ਉਹ ਸ਼ਾਸਤਰ ਦੇ ਅਨੁਸਾਰ ਸਿੱਖਿਆ ਦੇ ਰਹੇ ਹਨ ਜਾਂ ਨਹੀਂ। ਇਹ ਹੀ ਇੱਕ ਤਰੀਕਾ ਹੈ ਆਤਮਾ ਨੂੰ ਜਾਂਚਣ ਦਾ ਕਿ ਉਹ ਪਰਮੇਸ਼ਰ ਵੱਲੋਂ ਹੈ ਜਾਂ ਨਹੀਂ। ਪਰ ਤੁਸੀਂ ਇੱਕ ਵੱਡੀ ਭੀੜ ਨੂੰ ਵੇਖ ਕੇ ਅਤੇ ਵੱਡੇ ਚਮਤਕਾਰਾਂ ਨੂੰ ਵੇਖ ਕੇ ਅੰਦਾਜ਼ਾ ਨਹੀਂ ਲਗਾ ਸਕਦੇ। ਜੇ ਲਗਾਉਂਦੇ ਹੋ ਤਾਂ ਧੋਖਾ ਖਾ ਸਕਦੇ ਹੋ। ਤੁਸੀਂ ਸ਼ਕਤੀ ਦਾ ਪ੍ਰਦਰਸ਼ਨ ਕਰ ਸਕਦੇ ਹੋ, ਪਰ ਫਿਰ ਵੀ ਗੁਆਚੇ ਹੋਏ ਹੋ ਸਕਦੇ ਹੋ। ਹੁਣ ਫਿਰ ਉਹਨਾਂ 3 ਚੀਜ਼ਾਂ ਵੱਲ ਵੇਖੋ, ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਰਨਾ, ਭੂਤ ਪ੍ਰੇਤ ਨੂੰ ਕੱਢਣਾ ਅਤੇ ਮਹਾਨ ਸ਼ਕਤੀ ਦੀ ਪ੍ਰੇਰਣਾ ਦੇਣਾ। ਤੁਸੀਂ ਆਖ ਸਕਦੇ ਹੋ, ਪ੍ਰਭੂ ਮੈਂ ਤੈਨੂੰ ਯਾਦ ਕਰਵਾਉਂਦਾ ਹਾਂ ਕਿ ਮੈਂ ਤੇਰੇ ਵਚਨ ਦੀ ਵਿਆਖਿਆ ਕੀਤੀ ਸੀ। ਮੈਂ ਭੂਤ ਪ੍ਰੇਤਾਂ ਨੂੰ ਕੱਢਿਆ ਸੀ ਅਤੇ ਮੈਂ ਜਿੱਥੇ ਵੀ ਜਾਂਦਾ ਸੀ ਉੱਥੇ ਮਹਾਨ ਸ਼ਕਤੀ ਦਾ ਸਬੂਤ ਪ੍ਰਗਟ ਕਰਦਾ ਸੀ। ਤੁਸੀਂ ਜਾਣਦੇ ਹੋ ਕਿ ਉਹ ਤੁਹਾਨੂੰ ਕੀ ਉੱਤਰ ਦੇਣ ਜਾ ਰਿਹਾ ਹੈ। ਮੈਂ ਵੇਖਦਾ ਹਾਂ ਕਿ ਤੁਹਾਡੇ ਨਾਮ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਹੈ। ਇਹ ਹੀ ਉਹ ਹੈ ਜਿਹਨੂੰ ਉਹ ਪੁੱਛਣ ਜਾ ਰਿਹਾ ਹੈ। ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਆਪਣੇ ਜੀਵਨ ਵਿੱਚ ਕੀ ਕੁਝ ਕਰ ਵਿਖਾਇਆ ਹੈ। ਇਹ ਹੀ ਇੱਕ ਗੱਲ ਹੈ ਜੋ ਤੁਹਾਡੇ ਲਈ ਮੇਰੇ ਦਿਲ ਵਿੱਚ ਤੁਹਾਡੇ ਪ੍ਰਤੀ ਪ੍ਰੇਮ ਹੋਣ ਦੇ ਕਾਰਨ ਮੈਂ ਚਾਹੁੰਦਾ ਹਾਂ ਕਿ ਕਿਸੇ ਵੀ ਤਰ੍ਹਾਂ ਤੁਹਾਨੂੰ ਇਹ ਸਮਝਾ ਸਕਾਂ ਕਿ ਕੋਈ ਵੀ ਵਿਅਕਤੀ ਯਿਸੂ ਮਸੀਹ ਉੱਤੇ ਆਪਣਾ ਵਿਸ਼ਵਾਸ ਕੀਤੇ ਬਗੈਰ ਸਵਰਗ ਨਹੀਂ ਜਾ ਸਕਦਾ ਅਤੇ ਨਾ ਹੀ ਆਤਮਿਕ ਜੀਵਨ ਪ੍ਰਾਪਤ ਕਰ ਸਕਦਾ ਹੈ।
ਇਹ ਹੀ ਕੇਵਲ ਇੱਕ ਮਾਰਗ ਹੈ। ਯਿਸੂ ਮਸੀਹ ਨੇ ਆਖਿਆ, ਮੈਂ ਹੀ ਮਾਰਗ, ਸੱਤ ਅਤੇ ਜੀਵਨ ਹਾਂ, ਅਤੇ ਕੋਈ ਵੀ ਮੇਰੇ ਪਿਤਾ ਕੋਲ ਮੇਰੇ ਬਿਨਾਂ ਨਹੀਂ ਜਾ ਸਕਦਾ। ਅਤੇ ਸ਼ੈਤਾਨ ਦੀ ਸਭ ਤੋਂ ਵੱਡੀ ਚਾਲਾਕੀ ਇਹ ਹੈ, ਜੋ ਸਾਨੂੰ ਕਿਸੇ ਵੀ ਤਰੀਕੇ ਨਾਲ ਇਹ ਸੋਚਣ ਲਈ ਮਜਬੂਰ ਕਰਨਾ ਕਿ ਅਸੀਂ ਕਿਸੇ ਵੀ ਤਰੀਕੇ ਨਾਲ ਇਸ ਤਰ੍ਹਾਂ ਕਰ ਸਕਦੇ ਹਾਂ। ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਉਹ ਇਹ ਸੋਚਦੇ ਹਨ ਕਿ ਜਦ ਅਸੀਂ ਉਸ ਦੇ ਸਾਹਮਣੇ ਖੜੇ ਹੋਵਾਂਗੇ ਤਾਂ ਉਹ ਸਾਡੇ ਅੱਛੇ ਕੰਮਾਂ ਨੂੰ ਇੱਕ ਪਾਸੇ ਅਤੇ ਬੁਰੇ ਕੰਮਾਂ ਨੂੰ ਦੂਜੇ ਪਾਸੇ ਰੱਖ ਕੇ ਤੋਲੇਗਾ, ਅਤੇ ਅਸੀਂ ਆਸ਼ਾ ਕਰਦੇ ਹਾਂ ਕਿ ਸਾਡੇ ਅੱਛੇ ਕੰਮ ਜੋ ਅਸੀਂ ਬਹੁਤ ਕੀਤੇ ਹਨ ਅੱਗੇ ਆ ਜਾਣਗੇ ਅਤੇ ਅਸੀਂ ਆਤਮਿਕ ਮੁਕਤੀ ਪਾਵਾਂਗੇ। ਤੁਸੀਂ ਜਾਣਦੇ ਹੋ, ਜਦੋਂ ਮੈਂ ਇਸ ਬਾਰੇ ਲੋਕਾਂ ਨਾਲ ਗੱਲਬਾਤ ਕਰਦਾ ਹਾਂ, ਮੈਂ ਉਹਨਾਂ ਨੂੰ ਜ਼ੋਰ ਦੇ ਕੇ ਪੁੱਛਦਾ ਹਾਂ ਤਾਂ ਉਹ ਆਖਦੇ ਹਨ, ਮੈਂ ਸ਼ਾਇਦ ਇਹ ਨਹੀਂ ਕੀਤਾ, ਮੈਂ ਇੰਜ ਨਹੀਂ ਕੀਤਾ, ਮੈਂ ਇਹ ਨਹੀਂ ਕੀਤਾ। ਮੈਨੂੰ ਇੱਕ ਵਿਅਕਤੀ ਦੇ ਬਾਰੇ ਯਾਦ ਹੈ, ਜਿਸ ਨੇ ਮੈਨੂੰ ਇੱਕ ਦਿਨ ਆਖਿਆ ਸੀ, ਜਦ ਉਸ ਨੂੰ ਸੁਸਮਾਚਾਰ ਸੁਣਾ ਰਿਹਾ ਸੀ। ਉਸ ਨੇ ਮੈਨੂੰ ਆਖਿਆ ਕਿ ਉਸ ਨੇ ਪਾਪ ਨਹੀਂ ਕੀਤਾ। ਮੈਂ ਚਾਹੁੰਦਾ ਸੀ ਕਿ ਇੱਕ ਫੋਟੋਗ੍ਰਾਫ ਹੁੰਦਾ ਤਾਂ ਉਸ ਦੀ ਫੋਟੋ ਖਿੱਚ ਲੈਂਦਾ, ਕਿਉਂ ਜੋ ਇਸ ਤਰ੍ਹਾਂ ਦਾ ਵਿਅਕਤੀ ਮੈਨੂੰ ਪਹਿਲਾਂ ਕਦੇ ਨਹੀਂ ਸੀ ਮਿਲਿਆ। ਪਰ ਉਸ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਮੈਂ ਕਈ ਗਲਤੀਆਂ ਕੀਤੀਆਂ ਹਨ, ਪਰ ਪਾਪ ਨਹੀਂ ਕੀਤਾ। ਇਸ ਲਈ ਮੈਂ ਉਸ ਨੂੰ ਪੁੱਛਿਆ, ਮੈਂ ਆਖਿਆ, ਸੱਚਮੁੱਚ ਤੂੰ ਇੱਕ ਮਹਾਨ ਵਿਅਕਤੀ ਹੈ ਜਿਹਨੂੰ ਮੈਂ ਮਿਲਿਆ ਹਾਂ, ਪਰ ਮੈਂ ਤੈਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਸੋਚ ਸਕਦਾ ਹੈ, ਕੀ ਹੋ ਸਕਦਾ ਹੈ ਕਿ ਤੇਰੇ ਕੋਲ ਇੱਕ ਦਿਨ ਵਿੱਚ ਇੱਕ ਪਾਪ ਤੇ ਗਲਤੀ ਨਾ ਹੋ ਸਕਦਾ ਹੈ? ਨਹੀਂ, ਉਸਨੇ ਆਖਿਆ, ਮੈਂ 3 ਆਖ ਸਕਦਾ ਹਾਂ, 3 ਪਾਪ ਇੱਕ ਦਿਨ ਵਿੱਚ। ਬਹੁਤ ਅੱਛੀ ਗੱਲ ਹੈ। ਇਸ ਲਈ ਮੈਂ ਆਖਿਆ, ਹੈਰਾਨਗੀ ਦੀ ਗੱਲ ਹੈ ਕਿ ਤੂੰ ਜਾਣੇ ਅਣਜਾਣੇ ਵਿੱਚ ਜਾਂ ਆਪਣੀ ਸੋਚ ਦੇ ਦੁਆਰਾ ਪਾਪ ਕਰ ਸਕਦਾ ਹੈ। ਮੈਂ ਉਸ ਨੂੰ ਪੁੱਛਿਆ, ਤੇਰੀ ਉਮਰ ਕਿੰਨੀ ਹੈ? ਮੈਂ ਸੋਚਦਾ ਹਾਂ ਉਹ 47 ਸਾਲਾਂ ਦਾ ਸੀ। ਮੈਂ ਆਪਣੇ ਪਿੰਨ ਕੱਢਿਆ ਤੇ 365 ਨੂੰ 3 ਨਾਲ ਗੁਣਾ ਕੀਤਾ, ਅਤੇ ਜੋ ਆਇਆ ਉਸ ਨੂੰ 47 ਨਾਲ ਗੁਣਾ ਕੀਤਾ, ਅਤੇ ਉਸ ਦੀ ਇੱਛਾ ਸੀ ਕਿ ਉਹ ਕਈ ਸਾਲ ਹੋਰ ਜੀਏਗਾ, ਅਤੇ ਵੇਖਿਆ ਕਿ ਉਸ ਦੇ ਹੀ ਅਨੁਸਾਰ ਹਜ਼ਾਰਾਂ ਅਤੇ ਹਜ਼ਾਰਾਂ ਅਤੇ ਹਜ਼ਾਰਾਂ ਉਸ ਦੇ ਪਾਪ ਉਸ ਦੀ ਜ਼ਿੰਦਗੀ ਵਿੱਚ ਸਨ। ਐਨੇ ਹੋਣ ਦੇ ਬਾਅਦ ਵੀ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਚੰਗਾ ਸਮਝ ਰਿਹਾ ਸੀ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਪਰਮੇਸ਼ਰ ਗੁਲਾਈ ਨਾਲ ਨਹੀਂ ਨਾਪਦਾ। ਉਹ ਤੁਹਾਡੀ ਯੋਗਤਾ ਨੂੰ ਗੁਲਾਈ ਅਨੁਸਾਰ ਨਹੀਂ ਮਾਪਦਾ। ਉਹ ਤਾਂ ਬਸ ਆਖਦਾ ਹੈ, ਪਵਿੱਤਰ ਬਣੋ ਜਿਸ ਤਰ੍ਹਾਂ ਮੈਂ ਹਾਂ। ਤੁਸੀਂ ਉਹਨਾਂ ਪਵਿੱਤਰ ਕਿਸ ਤਰ੍ਹਾਂ ਬਣ ਸਕਦੇ ਹੋ ਜਿੰਨਾ ਪਰਮੇਸ਼ਰ ਹੈ? ਤੁਸੀਂ ਪਰਮੇਸ਼ਰ ਜਿੰਨਾ ਪਵਿੱਤਰ ਤਾਂ ਸਿਰਫ ਉਸ ਦੇ ਪੁੱਤਰ ਯਿਸੂ ਮਸੀਹ ਦੇ ਦੁਆਰਾ ਹੀ ਬਣ ਸਕਦੇ ਹੋ। ਸਵਰਗ ਜਾਣ ਦਾ ਕੇਵਲ ਇੱਕੋ ਹੀ ਰਾਸਤਾ ਹੈ ਕਿ ਤੁਸੀਂ ਮਸੀਹ ਕੋਲੋਂ ਧਾਰਮਿਕਤਾ ਲੈ ਲਵੋ। ਮਸੀਹ ਕੋਲੋਂ ਤੁਸੀਂ ਧਾਰਮਿਕਤਾ ਤਦ ਹੀ ਲੈ ਸਕਦੇ ਹੋ ਜੇ ਤੁਸੀਂ ਮਸੀਹ ਨੂੰ ਆਪਣੇ ਦਿਲ ਵਿੱਚ ਸਵੀਕਾਰ ਕਰ ਲਵੋ। ਉਹੀ ਤੁਹਾਨੂੰ ਧਰਮੀ ਬਣਾ ਸਕਦਾ ਹੈ। ਤੁਸੀਂ ਆਪਣੇ ਆਪ ਧਰਮੀ ਨਹੀਂ ਬਣ ਸਕਦੇ। ਯਿਸੂ ਤੁਹਾਨੂੰ ਸਪਸ਼ਟ ਸ਼ਬਦਾਂ ਵਿੱਚ ਆਖਦਾ ਹੈ ਕਿ ਕੋਈ ਵੀ ਮਨੁੱਖ ਪਰਮੇਸ਼ਰ ਦੀ ਇੱਛਾ ਦੇ ਬਗੈਰ ਵਿਸ਼ਵਾਸ ਵਿੱਚ ਨਹੀਂ ਆ ਸਕਦਾ, ਅਤੇ ਨਾ ਹੀ ਸਵਰਗ ਵਿੱਚ ਜਾ ਸਕਦਾ ਹੈ। ਮੈਂ ਜਾਣਦਾ ਹਾਂ ਤੁਹਾਨੂੰ ਇਹ ਗੱਲ ਕੁਝ ਔਖੀ ਨਜ਼ਰ ਆ ਰਹੀ ਹੋਵੇਗੀ, ਪਰ ਮੈਂ ਤੁਹਾਨੂੰ ਕੁਝ ਦੇ ਕੇ ਸਮਝਾਉਣਾ ਚਾਹੁੰਦਾ ਹਾਂ ਤਾਂ ਕਿ ਤੁਸੀਂ ਸਮਝ ਜਾਓ ਕਿ ਇਹ ਸੱਚ ਹੈ। ਜੌਨ ਵੈਸਲੇ ਮੈਥੋਡਿਸਟ ਚਰਚ ਦਾ ਸੰਸਥਾਪਕ ਸੀ ਅਤੇ ਇੱਕ ਮਿਸ਼ਨਰੀ ਸੀ। ਉਸ ਨੇ ਆਪਣੇ ਜੀਵਨ ਵਿੱਚ ਬਹੁਤ ਕੁਝ ਕੀਤਾ ਜੋ ਉਹ ਕਰ ਸਕਦਾ ਸੀ। ਮੈਂ ਉਸ ਦੀ ਜੀਵਨੀ ਪੜ੍ਹੀ ਜੋ ਬਹੁਤ ਰੋਚਕ ਹੈ। ਉਸ ਨੇ ਤਾਂ ਯੂਨਾਨੀ ਨਵਾਂ ਨੇਮ ਰਟਿਆ ਹੋਇਆ ਸੀ। ਉਸ ਦੇ ਜੀਵਨ ਵਿੱਚ ਅਨੁਸ਼ਾਸਨ ਭਰਿਆ ਹੋਇਆ ਸੀ। ਉਹ ਤਾਂ ਮਿੱਟੀ ਦੇ ਉੱਤੇ ਸੌਂਦਾ ਰਿਹਾ ਤਾਂ ਕਿ ਕਿਸੇ ਤਰੀਕੇ ਨਾਲ ਪਰਮੇਸ਼ਰ ਉਸ ਨੂੰ ਸਵੀਕਾਰ ਕਰ ਲਵੇ। ਬਹੁਤ ਕੁਝ ਕਰਨ ਦੇ ਬਾਅਦ ਇੱਕ ਦਿਨ ਉਸ ਨੇ ਮਸੀਹ ਉੱਤੇ ਆਪਣੇ ਉद्धार ਲਈ ਵਿਸ਼ਵਾਸ ਕਰ ਲਿਆ, ਅਤੇ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਆਪਣੇ ਚੰਗੇ ਕੰਮਾਂ ਦੇ ਨਾਲ ਸਵਰਗ ਨਹੀਂ ਜਾ ਸਕਦਾ। ਤਦ ਉਸ ਨੇ ਪਾਸਵਾਨ ਦੇ ਨਾਤੇ ਆਪਣੀ ਸੇਵਕਾਈ ਦੀ ਸ਼ੁਰੂਆਤ ਕੀਤੀ। ਮਾਰਟਨ ਲੂਥਰ ਸੁਧਾਰ ਅੰਦੋਲਨ ਚਲਾਉਣ ਵਾਲਾ ਸੀ, ਅਤੇ ਉਹ ਲੂਥਰਨ ਚਰਚ ਨੂੰ ਵੀ ਚਲਾਉਣ ਵਾਲਾ ਸੀ, ਅਤੇ ਉਸ ਦੀ ਪ੍ਰਸ਼ੰਸਾ ਸਾਰਿਆਂ ਨੇ ਕੀਤੀ। ਜੇ ਤੁਸੀਂ ਉਸ ਦੀ ਕਹਾਣੀ ਨੂੰ ਪੜ੍ਹੋ, ਜਿਸ ਤਰ੍ਹਾਂ ਕਿ ਮੈਂ ਰੋਮਨ ਦੀ ਕਿਤਾਬ ਵਿੱਚ ਸਿੱਖੀ, ਤਾਂ ਤੁਹਾਨੂੰ ਸਮਝ ਆ ਜਾਵੇਗੀ ਕਿ ਮਾਰਟਨ ਲੂਥਰ ਪੂਰੀ ਤਰ੍ਹਾਂ ਨਿਯਮ ਦਾ ਪਾਲਣ ਕਰਨ ਵਾਲਾ ਸੀ। ਭਿਕਸ਼ੂ ਹੋਣ ਦੇ ਨਾਤੇ ਉਸ ਨੇ ਮੱਠ ਵਿੱਚ ਤਪਸਵੀ ਜੀਵਨ ਬਤੀਤ ਕੀਤਾ। ਉਸ ਨੇ ਪਵਿੱਤਰਤਾਈ ਲਈ ਆਪਣਾ ਜੀਵਨ ਤਿਆਗ ਦਿੱਤਾ ਸੀ। ਉਹ ਕਈ ਵਾਰ 3 ਦਿਨ ਤੱਕ ਭੁੱਖਾ ਰਹਿੰਦਾ ਸੀ ਅਤੇ ਰੋਟੀ ਦਾ ਇੱਕ ਟੁਕੜਾ ਵੀ ਨਹੀਂ ਲੈਂਦਾ ਸੀ। ਬਸ ਉਹ ਚਾਹੁੰਦਾ ਸੀ ਕਿ ਪਰਮੇਸ਼ਰ ਉਸ ਉੱਤੇ ਦਇਆ ਕਰ ਦੇਵੇ। ਉਹ ਕਈ ਲਗਾਤਾਰ 6 ਘੰਟੇ ਤੱਕ ਆਪਣੇ ਪਾਪਾਂ ਦਾ ਪਛਤਾਵਾ ਕਰਦਾ ਸੀ। ਪਰਮੇਸ਼ਰ ਨੂੰ ਸਵੀਕਾਰ ਹੋਣ ਲਈ ਉਸ ਨੇ ਬਹੁਤ ਕੁਝ ਕੀਤਾ। ਆਪਣੇ ਇੱਕ ਲੇਖ ਵਿੱਚ ਉਸ ਲਿਖਦਾ ਹੈ ਇਸ ਤਰ੍ਹਾਂ, ਮੈਂ ਇੱਕ ਅੱਛਾ ਭਿਕਸ਼ੂ ਸੀ। ਮੈਂ ਸਖਤੀ ਨਾਲ ਹਰੇਕ ਨਿਯਮ ਦਾ ਆਪਣੇ ਜੀਵਨ ਵਿੱਚ
ਪਾਲਣ ਕੀਤਾ ਅਤੇ ਸੋਚਦਾ ਸੀ ਕਿ ਜੇ ਕੋਈ ਭਿਕਸ਼ੂ ਸਵਰਗ ਵਿੱਚ ਜਾਏਗਾ ਤੇ ਉਹ ਮੈਂ ਹੀ ਹੋਵਾਂਗਾ। ਮਾਰਟਨ ਲੂਥਰ ਇਸ ਤਰ੍ਹਾਂ ਹੀ ਸੋਚਦਾ ਰਿਹਾ ਜਦ ਤੱਕ ਉਸ ਨੂੰ ਰੋਮੀਓ ਦੀ ਕਿਤਾਬ ਵਿੱਚ ਇਹ ਸਮਝ ਨਹੀਂ ਆਇਆ ਕਿ ਧਰਮੀ ਜਨ ਵਿਸ਼ਵਾਸ ਨਾਲ ਹੀ ਜੀਵਤ ਰਹੇਗਾ। ਉਹ ਇੱਕ ਮਸੀਹੀ ਬਣ ਗਿਆ ਅਤੇ ਸੁਧਾਰ ਅੰਦੋਲਨ ਦੀ ਸ਼ੁਰੂਆਤ ਹੋਈ। ਮੇਰੇ ਦੋਸਤੋ, ਯਿਸੂ ਸਾਨੂੰ ਇਹੀ ਸਿਖਾਉਣ ਦਾ ਯਤਨ ਕਰ ਰਿਹਾ ਹੈ ਕਿ ਅਸੀਂ ਇਹ ਸੋਚ ਕੇ ਬੇਵਕੂਫੀ ਨਾ ਕਰੀਏ ਕਿ ਜੋ ਕਰ ਰਹੇ ਹਾਂ ਉਹ ਠੀਕ ਹੈ। ਵਿਅਕਤੀ ਮਸੀਹ ਉੱਤੇ ਵਿਸ਼ਵਾਸ ਕਰਕੇ ਹੀ ਸਵਰਗ ਰਾਜ ਵਿੱਚ ਜਾ ਸਕਦਾ ਹੈ ਅਤੇ ਐਤ 21 ਦੱਸਦੀ ਹੈ, ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਹੀ ਵਿਅਕਤੀ ਸਵਰਗ ਵਿੱਚ ਵੜੇਗਾ, ਆਪਣੇ ਚੰਗੇ ਕੰਮਾਂ ਦੇ ਦੁਆਰਾ ਨਹੀਂ ਪਰ ਮਸੀਹ ਤੇ ਵਿਸ਼ਵਾਸ ਕਰਕੇ ਹੀ ਆਤਮਿਕ ਜੀਵਨ ਵਿੱਚ ਜਾਵੇਗਾ। ਕੈਮਨ ਟਾਪੂ ਵਿੱਚ ਗ੍ਰੈਂਡ ਕੈਮਨ ਦੀ ਇੱਕ ਜਗ੍ਹਾ ਹੈ ਜਿਸ ਨੂੰ ਨਰਕ ਕਿਹਾ ਜਾਂਦਾ ਹੈ। ਕੋਈ ਮਨੁੱਖ ਇੰਗਲੈਂਡ ਤੋਂ ਇਸ ਜਗ੍ਹਾ ਤੇ ਭਰਪੂਰ ਗਰਮ ਦਿਨ ਵਿੱਚ ਇੱਥੇ ਆਇਆ ਸੀ। ਉਸਨੇ ਇਸ ਜਗ੍ਹਾ ਨੂੰ ਹਿਲ ਆਖਿਆ ਸੀ ਅਤੇ ਇਹ ਹੀ ਇਸ ਦਾ ਨਾਮ ਪੈ ਗਿਆ। ਉਸ ਜਗ੍ਹਾ ਤੇ ਅਕਸਰ ਪਰਬਤਾਂ ਵਿੱਚ ਬਲਾਸਟ ਹੁੰਦੇ ਰਹਿੰਦੇ ਹਨ। ਲੋਕ ਉੱਥੇ ਆ ਕੇ ਫੋਟੋਆਂ ਖਿੱਚਦੇ ਹਨ ਅਤੇ ਉਹਨਾਂ ਨੂੰ ਵੇਖ ਕੇ ਹੱਸਦੇ ਖੇਡਦੇ ਹਨ। ਮੈਂ ਵੀ ਉੱਥੇ ਬਹੁਤ ਔਖਾ ਸਮਾਂ ਗੁਜ਼ਾਰਿਆ ਕਿਉਂ ਜੋ ਚਾਹੁੰਦਾ ਸੀ ਕਿ ਉੱਥੇ ਦੇ ਲੋਕਾਂ ਨੂੰ ਬਾਹਰ ਕੱਢ ਸਕਾਂ, ਪਰ ਕੋਈ ਫਰਕ ਨਹੀਂ ਪਿਆ। ਇਸ ਗੱਲ ਤੋਂ ਮੈਨੂੰ ਧਿਆਨ ਆਇਆ ਹੈ ਕਿ ਅਕਸਰ ਬੋਲਚਾਲ ਦੀ ਭਾਸ਼ਾ ਵਿੱਚ ਅੰਗਰੇਜ਼ੀ ਵਿੱਚ ਅਸੀਂ ਆਖਦੇ ਹਾਂ ਵਟ ਦਾ ਹਿਲ ਆਰ ਯੂ ਡੂਇੰਗ, ਜਾਂ ਇੱਕ ਦੂਜੇ ਨੂੰ ਇਸ ਤਰ੍ਹਾਂ ਕਹਿੰਦੇ ਹਾਂ ਗੋ ਟੂ ਹਿਲ। ਜਦ ਅਸੀਂ ਇਸ ਤਰ੍ਹਾਂ ਹਿਲ ਸ਼ਬਦ ਆਖਦੇ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਉਸ ਜਗ੍ਹਾ ਦੇ ਬਾਰੇ ਆਖ ਰਹੇ ਹਾਂ ਜਿੱਥੇ ਮਰਨ ਤੋਂ ਬਾਅਦ ਆਤਮਾ ਨੂੰ ਜਾਣਾ ਹੁੰਦਾ ਹੈ। ਤਾਂ ਫਿਰ ਕਿਉਂ ਅਸੀਂ ਸਾਰੇ ਇਸ ਸ਼ਬਦ ਹਿਲ ਦਾ ਇਸਤੇਮਾਲ ਕਿਉਂ ਕਰਦੇ ਹਾਂ? ਮੈਂ ਤੁਹਾਨੂੰ ਦੱਸਦਾ ਹਾਂ ਕਿਉਂਕਿ ਇਹ ਸ਼ੈਤਾਨ ਦਾ ਸਭ ਤੋਂ ਵੱਡਾ ਹਥਿਆਰ ਹੈ ਅਤੇ ਉਹ ਤੁਹਾਨੂੰ ਧੋਖੇ ਨਾਲ ਸਮਝਾਉਣਾ ਚਾਹੁੰਦਾ ਹੈ ਤਾਂ ਕਿ ਤੁਸੀਂ ਸ਼ਬਦ ਹਿਲ ਨੂੰ ਹਲਕੇ ਤੌਰ ਤੇ ਲਵੋ। ਤੁਸੀਂ ਹਿਲ ਦੇ ਬਾਰੇ ਜ਼ਿਆਦਾ ਜਾਣਨ ਦੀ ਕੋਸ਼ਿਸ਼ ਨਾ ਕਰੋ, ਪਰ ਯਿਸੂ ਸਾਨੂੰ ਸਮਝਾਉਣਾ ਚਾਹੁੰਦਾ ਹੈ ਕਿ ਇੱਕ ਪੀੜਾ ਦੀ ਜਗ੍ਹਾ ਜਿਸ ਨੂੰ ਹਿਲ ਆਖਿਆ ਜਾਂਦਾ ਹੈ, ਜੋ ਯਿਸੂ ਮਸੀਹ ਉੱਤੇ ਆਪਣਾ ਵਿਸ਼ਵਾਸ ਨਹੀਂ ਲਿਆਉਂਦਾ ਉਸ ਨੂੰ ਆਪਣਾ ਆਤਮਿਕ ਜੀਵਨ ਉੱਥੇ ਹੀ ਬਿਤਾਉਣਾ ਪੈਂਦਾ ਹੈ। ਇਹ ਇੱਕ ਸਹੀ ਸ਼ਬਦ ਹੈ ਅਤੇ ਚੁਣੌਤੀ ਭਰਿਆ ਸ਼ਬਦ ਹੈ। ਮੇਰੇ ਦੋਸਤੋ, ਜੇ ਹੁਣ ਤੱਕ ਤੁਸੀਂ ਯਿਸੂ ਮਸੀਹ ਨੂੰ ਨਹੀਂ ਜਾਣਿਆ ਅਤੇ ਉਸ ਉੱਪਰ ਪੂਰੀ ਤਰ੍ਹਾਂ ਵਿਸ਼ਵਾਸ ਨਹੀਂ ਕੀਤਾ ਤਾਂ ਇਸ ਜੀਵਨ ਦੇ ਬਾਅਦ ਤੁਹਾਨੂੰ ਦੁਬਾਰਾ ਮੌਕਾ ਨਹੀਂ ਮਿਲੇਗਾ ਤਾਂ ਕਿ ਤੁਸੀਂ ਫੈਸਲਾ ਕਰ ਸਕੋ। ਜਦ ਤੱਕ ਮੇਰੇ ਅੰਦਰ ਸਾਹ ਹੈ ਮੈਂ ਹਿਲ ਰੋਡ ਤੇ ਖੜਾ ਹੋ ਕੇ ਇਹ ਆਖਦਾ ਰਹਾਂਗਾ, ਇਸ ਰਾਹ ਤੇ ਨਾ ਜਾਓ। ਇਹ ਸੋਚ ਕੇ ਬੇਵਕੂਫ ਨਾ ਬਣੋ ਕਿ ਤੁਸੀਂ ਤੰਗ ਰਾਹ ਤੇ ਹੋ। ਜੇ ਤੁਸੀਂ ਮਸੀਹ ਦੇ ਨਾਲ ਹੋਣ ਦਾ ਅਹਿਸਾਸ ਕਰਕੇ ਆਪਣੇ ਜੀਵਨ ਵਿੱਚ ਕੋਈ ਸਬੂਤ ਪੈਦਾ ਨਹੀਂ ਕੀਤਾ ਤਾਂ ਅਜੇ ਮੌਕਾ ਹੈ, ਇਸ ਗੱਲ ਤੇ ਗੌਰ ਕਰੋ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅਸੀਂ ਬਾਈਬਲ ਬਾਣੀ ਦੇ ਵਿੱਚੋਂ ਮੱਤੀ ਦੀ ਅੰਜੀਲ ਦੇ 7 ਅਧਿਆਏ ਦੀ 21 ਆਇਤ ਤੋਂ ਲੈ ਕੇ 23 ਆਇਤ ਤੱਕ ਦੇ ਵਚਨਾਂ ਦੇ ਉੱਤੇ ਗੌਰ ਕਰ ਰਹੇ ਸੀ। ਇਹਨਾਂ ਵਚਨਾਂ ਦੇ ਰਾਹੀਂ ਅਸੀਂ ਸਵਰਗ ਦੇ ਵਿੱਚ ਦਾਖਲ ਹੋਣ ਦੇ ਬਾਰੇ ਗੱਲਬਾਤ ਕਰ ਰਹੇ ਸੀ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਅਮਰੀਕਾ ਦੇ ਵਿੱਚ ਇੱਕ ਸਰਵੇਖਣ ਕੀਤਾ ਗਿਆ ਜਿਸ ਦੇ ਵਿੱਚ ਲੋਕਾਂ ਤੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਉਹ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰਦੇ ਹਨ। 90% ਲੋਕਾਂ ਨੇ ਹਾਂ ਵਿੱਚ ਉੱਤਰ ਦਿੱਤਾ, ਪਰ ਜਦੋਂ ਉਹਨਾਂ ਨੂੰ ਖੋਦ ਕੇ ਪੁੱਛਿਆ ਗਿਆ ਤਾਂ ਨਤੀਜਾ ਕੁਝ ਹੋਰ ਹੀ ਸੀ। ਜ਼ਿਆਦਾਤਰ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਚਰਚ ਦੀ ਕੀ ਹਾਲਤ ਹੈ। 5% ਅਮਰੀਕੀ ਲੋਕ ਹੀ ਆਪਣੇ ਚਰਚ ਦੇ ਪਾਸਟਰ ਤੋਂ ਕਿਸੇ ਵਿਸ਼ੇ ਉੱਤੇ ਸਲਾਹ ਲੈਂਦੇ ਹਨ ਅਤੇ ਅੱਧੇ ਲੋਕ 3 ਮਹੀਨਿਆਂ ਵਿੱਚ ਇੱਕ ਵਾਰੀ ਹੀ ਕਿਸੇ ਧਾਰਮਿਕ ਸੇਵਕਾਈ ਦੇ ਵਿੱਚ ਹਿੱਸਾ ਲੈਂਦੇ ਹਨ। ਅੱਜ ਦੀ ਪੀੜ੍ਹੀ ਪੁਰਾਣੀਆਂ ਗੱਲਾਂ ਨਾਲ ਚਿਪਕੀ ਨਹੀਂ ਰਹਿਣਾ ਚਾਹੁੰਦੀ, ਇਸੇ ਕਰਕੇ ਉਹਨਾਂ ਦੇ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਝੁਕਾਅ ਘਟ ਗਿਆ। ਜੇਕਰ ਅਸੀਂ ਪਰਮੇਸ਼ਰ ਦੇ ਵਚਨ ਦੇ ਪ੍ਰਤੀ ਵਫਾਦਾਰ ਹਾਂ ਤਾਂ ਅਸੀਂ ਉਸ ਨੂੰ ਬੋਲ ਕੇ ਦੁਹਰਾ ਸਕਦੇ ਹਾਂ। ਅਸੀਂ ਉਹਨਾਂ ਦੀ ਰਚਨਾ ਨਹੀਂ ਕਰ ਸਕਦੇ। ਅਸੀਂ ਅੱਜ ਦੀ ਪੀੜ੍ਹੀ ਦੇ ਲਈ ਪਰਮੇਸ਼ਰ ਦੇ ਵਚਨ ਨੂੰ ਰੋਚਕ ਬਣਾਉਣ ਦੇ ਲਈ ਉਸ ਨੂੰ ਬਦਲ ਨਹੀਂ ਸਕਦੇ, ਪਰ ਸਾਨੂੰ ਪਰਮੇਸ਼ਰ ਦੇ ਵਚਨ ਦੀ ਘੋਸ਼ਣਾ ਇੰਨੀ ਮਜ਼ਬੂਤੀ ਦੇ ਨਾਲ ਕਰਨੀ ਚਾਹੀਦੀ ਹੈ ਜਿਵੇਂ ਪੁਰਾਣੇ ਨਿਯਮ ਦੇ ਵਿੱਚ ਪਰਮੇਸ਼ਰ ਦੇ ਨਬੀ ਕਰਦੇ ਸੀ। ਅਸੀਂ ਜਾਣਿਆ ਕਿ ਸਵਰਗ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਧਾਰਮਿਕਤਾ ਨੇਚਾ ਤੋਂ ਵੀ ਜ਼ਿਆਦਾ ਜਾਣਨ ਦੀ ਲੋੜ ਹੈ। ਸਵਰਗ ਦੇ ਵਿੱਚ ਜਾਣ ਦੇ ਲਈ ਸਾਨੂੰ ਬਹੁਤ ਕੁਝ ਜਾਣਨ ਦੀ ਲੋੜ ਹੈ। ਯਾਕੂਬ ਦੀ ਪੱਤਰੀ ਦੇ 2 ਅਧਿਆਏ ਦੀ 14 ਆਇਤ ਦੇ ਵਿੱਚ ਬਾਣੀ ਸਾਨੂੰ ਦੱਸਦੀ ਹੈ, ਜੇ ਕੋਈ ਆਖੇ ਭਾਈ ਮੈਨੂੰ ਨੇਚਾ ਹੈ ਪਰ ਅਮਲ ਨਹੀਂ ਕਰਦਾ ਹੋਵੇ ਤਾਂ ਕੀ ਲਾਭ ਹੋਇਆ।
ਭਲਾ ਇਹ ਨੀਚਾ ਉਹਨੂੰ ਬਚਾ ਸਕਦੀ ਹੈ? ਜੇ ਤੁਹਾਡਾ ਭੈਣ ਜਾਂ ਭਰਾ ਬਸਤਰਹੀਨ ਹੋਵੇ ਜਾਂ ਉਹਦੇ ਕੋਲ ਖਾਣ ਦੇ ਲਈ ਨਾ ਹੋਵੇ ਤਾਂ ਤੁਸੀਂ ਉਸ ਨੂੰ ਕੋਈ ਆਖੇ ਭਈ ਸੁੱਖ ਸਾਂਦ ਨਾਲ ਜਾਓ, ਨਿੱਘੇ ਅਤੇ ਰੱਜੇ ਪੁੱਜੇ ਰਹੋ, ਪਰ ਜਿਹੜੀਆਂ ਵਸਤੂਆਂ ਸਰੀਰ ਦੀਆਂ ਲੋੜ ਦੀਆਂ ਹਨ ਉਹ ਵਸਤੂਆਂ ਤੁਸੀਂ ਉਹਨਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ? ਇਸੇ ਪ੍ਰਕਾਰ ਜਿਹੜੀ ਨੇਚਾ ਅਮਲਮਤ ਨਾ ਹੋਏ ਤਾਂ ਉਹ ਆਪਣੇ ਆਪ ਤੋਂ ਮਰੀ ਹੋਈ ਹੈ। ਦੋਸਤੋ, ਜੇ ਤੁਸੀਂ ਸਵਰਗ ਜਾਣਾ ਚਾਹੁੰਦੇ ਹੋ ਤਾਂ ਸਿਰਫ ਵਿਸ਼ਵਾਸ ਹੀ ਨਾ ਕਰੋ, ਸਗੋਂ ਵਿਸ਼ਵਾਸ ਦੇ ਅਨੁਸਾਰ ਕੰਮ ਵੀ ਕਰੋ। ਜੇਕਰ ਤੁਹਾਡਾ ਵਿਸ਼ਵਾਸ ਤੁਹਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਲਿਆਂਦਾ ਅਤੇ ਤੁਹਾਡੇ ਪੁਰਾਣੇ ਜੀਵਨ ਵਾਂਗ ਹੀ ਆਪਣੇ ਜੀਵਨ ਨੂੰ ਤੁਸੀਂ ਬਤੀਤ ਕਰਦੇ ਆ ਰਹੇ ਹੋ ਤਾਂ ਤੁਹਾਡਾ ਇਹ ਵਿਸ਼ਵਾਸ ਅਸਲੀ ਨਹੀਂ ਹੈ। ਦੋਸਤੋ, ਜੇਕਰ ਤੁਸੀਂ ਇਸ ਮਸੀਹ ਦੇ ਵਿੱਚ ਬਚਾਏ ਜਾਣ ਵਾਲੇ ਵਿਸ਼ਵਾਸ ਵਿੱਚ ਆਏ ਹੋ ਪਰ ਇਸ ਦੇ ਨਾਲ ਤੁਹਾਡੇ ਜੀਵਨ ਨਹੀਂ ਬਦਲੇ ਤਾਂ ਤੁਹਾਨੂੰ ਵਿਸ਼ਵਾਸ ਦਾ ਅਰਥ ਹੀ ਸਮਝ ਨਹੀਂ ਆਇਆ, ਕਿਉਂਕਿ ਬਾਈਬਲ ਦੱਸਦੀ ਹੈ ਕਿ ਜਦੋਂ ਤੁਸੀਂ ਮਸੀਹ ਦੇ ਹੋ ਜਾਂਦੇ ਹੋ ਪਰਮੇਸ਼ਰ ਆਪਣੀ ਈਸ਼ਵਰੀ ਸੁਭਾਅ ਨੂੰ ਤੁਹਾਡੇ ਅੰਦਰ ਰੱਖ ਦਿੰਦਾ, ਤੁਸੀਂ ਮਸੀਹ ਦੇ ਵਿੱਚ ਨਵੀਂ ਸ੍ਰਿਸ਼ਟੀ ਬਣ ਜਾਂਦੇ ਹੋ। ਇਸ ਲਈ ਤੁਸੀਂ ਹੁਣ ਉਹ ਰਹਿ ਹੀ ਨਹੀਂ ਸਕਦੇ ਜੋ ਤੁਸੀਂ ਪਹਿਲਾਂ ਸੀ। ਇਸ ਤੋਂ ਬਾਅਦ ਅਸੀਂ ਸਿੱਖਿਆ ਕਿ ਸਵਰਗ ਰਾਜ ਦੇ ਵਿੱਚ ਦਾਖਲ ਹੋਣ ਦੇ ਲਈ ਪੈਦਾਵਾਰ ਤੋਂ ਵੀ ਜ਼ਿਆਦਾ ਪੈਦਾ ਕਰਨ ਦੀ ਲੋੜ ਹੈ। ਅਸੀਂ ਸਿੱਖਿਆ ਕਿ ਅਸੀਂ ਅਗਮ ਵਾਕ ਕਰ ਸਕਦੇ ਹਾਂ ਅਤੇ ਭੂਤ ਭੇਤ ਕੱਢ ਸਕਦੇ ਹਾਂ ਅਤੇ ਚਮਤਕਾਰ ਕਰ ਸਕਦੇ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਮਸੀਹ ਨੂੰ ਜਾਣ ਲਿਆ। ਸਾਨੂੰ ਇਸ ਤੋਂ ਵੱਧ ਕੇ ਕੁਝ ਕਰਨਾ ਪਏਗਾ, ਕਿਉਂਕਿ ਇੱਕ ਵਿਅਕਤੀ ਪਰਮੇਸ਼ਰ ਦੇ ਵਚਨ ਦੀ ਵਿਆਖਿਆ ਕਰ ਸਕਦਾ ਹੈ ਪਰ ਫਿਰ ਵੀ ਉਹ ਗੁਆਚਿਆ ਆਇਆ ਹੋ ਸਕਦਾ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦੇ ਦੁਆਰਾ ਬੜੀ ਆਸ਼ੀਸ਼ ਮਿਲੀ ਹੋਏਗੀ। ਹੁਣ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਸਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇਸੇ ਵਿਸ਼ੇ ਦੇ ਉੱਤੇ ਆਪਣੀ ਗੱਲਬਾਤ ਨੂੰ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਅੱਜ ਦੇ ਵਚਨ ਦੇ ਲਈ। ਪ੍ਰਭੂ ਜੀ, ਅੱਜ ਦੇ ਵਚਨ ਦੇ ਦੁਆਰਾ ਤੁਸੀਂ ਸਵਰਗ ਦੇ ਰਾਹ ਵਿੱਚ ਪ੍ਰਵੇਸ਼ ਕਰਨ ਬਾਰੇ ਦੱਸਿਆ ਸਾਨੂੰ। ਪਿਤਾ ਪਰਮੇਸ਼ਰ, ਅੱਜ ਬਹੁਤ ਸਾਰੇ ਲੋਕ ਸਵਰਗ ਦੇ ਰਾਹ ਵਿੱਚ ਜਾਣਾ ਚਾਹੁੰਦੇ ਹਨ ਪਰੰਤੂ ਉਹਨਾਂ ਨੂੰ ਸਹੀ ਰਸਤਾ ਨਹੀਂ ਪਤਾ, ਔਰ ਬਹੁਤ ਸਾਰੇ ਪ੍ਰਭੂ ਜੀ ਤੁਹਾਡੀ ਨੀਤੀਆਂ ਨੂੰ ਪਸੰਦ ਨਹੀਂ ਕਰਦੇ, ਉਹ ਪੁਰਾਣੀ ਗੱਲਾਂ ਦੇ ਨਾਲ ਚਿਪਕੇ ਨਹੀਂ ਰਹਿਣਾ ਸਕਦੇ, ਔਰ ਤੁਹਾਡੇ ਵਚਨ ਦੇ ਉੱਤੇ ਉਹਨਾਂ ਨੂੰ ਪ੍ਰਭੂ ਜੀ ਨੀਰਸਤਾ ਲੱਗਦੀ ਹੈ, ਜਿਸ ਕਰਕੇ ਪ੍ਰਭੂ ਜੀ ਉਹਨਾਂ ਦੀ ਰੁਚੀ ਉਸ 'ਚ ਨਹੀਂ ਪੈਦਾ ਹੁੰਦੀ ਔਰ ਉਹ ਉਸ ਤੋਂ ਪ੍ਰਭੂ ਤੁਹਾਡੇ ਵਚਨ ਤੋਂ ਦੂਰ ਹੋ ਜਾਂਦੇ ਹਨ। ਪਿਆਰੇ ਪਿਤਾ ਪਰਮੇਸ਼ਰ, ਲੇਕਿਨ ਤੁਹਾਡਾ ਵਚਨ ਸਾਮਰਥੀ ਹੈ, ਸ਼ਕਤੀਸ਼ਾਲੀ ਹੈ, ਜ਼ਿੰਦਗੀਆਂ ਨੂੰ ਬਦਲਣ ਵਾਲਾ ਪ੍ਰਭੂ ਜੀ ਔਰ ਜ਼ਿੰਦਗੀ ਦੇਣ ਵਾਲਾ ਵਚਨ ਹੈ। ਪ੍ਰਭੂ ਜੀ, ਇਹ ਵਚਨ ਸਾਡੇ ਜੀਵਨਾਂ ਦੇ ਵਿੱਚ ਸਾਮਰਥੀ ਢੰਗ ਦੇ ਨਾਲ ਕੰਮ ਕਰੇ ਪ੍ਰਭੂ ਜੀ। ਇਸ ਦੀ ਸਾਮਰਥ ਨੂੰ ਅਸੀਂ ਚੰਗੇ ਤਰੀਕੇ ਨਾਲ ਪੇਸ਼ ਕਰਨ ਵਾਲੇ ਹੋਏ, ਕਿਉਂਕਿ ਇਸ ਦੇ ਵਿੱਚ ਪ੍ਰਭੂ ਜੀ ਲੋਕਾਂ ਨੂੰ ਲੁਭਾਵਣੀ ਗੱਲਾਂ ਅਸੀਂ ਨਹੀਂ ਦੱਸ ਸਕਦੇ, ਅਸੀਂ ਤੁਹਾਡੇ ਵਚਨ ਦੀ ਖਰਾਈ ਨੂੰ ਦੱਸ ਸਕਦੇ ਹਾਂ ਕਿ ਮਾਰਗ, ਸੱਚਾਈ ਅਤੇ ਜੀਵਨ ਤੁਸੀਂ ਹੋ, ਤੁਹਾਡੇ ਬਿਨਾਂ ਕੋਈ ਵੀ ਸਵਰਗ ਨਹੀਂ ਜਾ ਸਕਦਾ। ਪਿਤਾ, ਅੱਜ ਦੇ ਵਚਨ ਦੇ ਅਨੁਸਾਰ ਸਾਨੂੰ ਆਸ਼ੀਸ਼ ਤੇ ਬਰਕਤ ਦਿਓ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।